ਮੈਂ ਬਹੁਤ ਸੋਹਣੀ ਸੀ, ਪਰ ਮੇਰਾ ਪਤੀ ਮੈਨੂੰ ਬਿਲਕੁਲ ਵੀ ਸਮਾਂ ਨਹੀਂ ਦਿੰਦਾ ਸੀ। ਮੇਰੇ ਲਈ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਸੀ। ਮੈਂ ਕਈ ਵਾਰ ਆਪਣੇ ਆਪ ਨੂੰ ਗਲਤ ਰਸਤੇ 'ਤੇ ਚੱਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਜਵਾਨ ਅਤੇ ਇਕੱਲੀ ਸੀ। ਕਿੰਨਾ ਟਾਈਮ ਆਪਣੇ ਆਪ ਨੂੰ ਰੋਕ ਕੇ ਰੱਖਦੀ। ਇੱਕ ਰਾਤ ਮੇਰੇ ਪਤੀ ਦੀ ਗੈਰ ਮੌਜੂਦਗੀ ਵਿੱਚ ਮੈਂ ਜਵਾਨ ਡਰਾਈਵਰ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਜਦੋਂ ਉਸਨੇ ਆਪਣੇ ਕਾਰਨਾਮੇ ਦਿਖਾਏ ਤਾਂ ਮੈਂ ਹੈਰਾਨ ਰਹਿ ਗਈ। ਉਹ ਤਾਂ ਇੱਕ ਕਮਾਲ ਦਾ ਡਰਾਈਵਰ ਨਿਕਲਿਆ। ਉਸਨੇ ਪਹਿਲੀ ਰਾਤ ਹੀ ਮੇਰੇ ਹੋਸ਼ ਉਡਾ ਦਿੱਤੇ। ਉਸ ਇਕੱਲੇ ਡਰਾਈਵਰ ਵਿੱਚ 7 ਮਰਦਾਂ ਜਿੰਨੀ ਤਾਕਤ ਸੀ। ਉਹ ਹੱਟਾ ਕੱਟਾ ਜਵਾਨ ਅਤੇ ਸਿਹਤਮੰਦ ਸੀ। ਮੈਂ ਉਸਦੀ ਤਾਕਤ ਦੇਖ ਕੇ ਹੈਰਾਨ ਰਹਿ ਗਈ ਅਤੇ ਉਸਦੇ ਸਾਹਮਣੇ ਬੇਵੱਸ ਹੋ ਗਈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਆਪਣੇ ਹੀ ਘਰ, ਆਪਣੇ ਹੀ ਬੈੱਡਰੂਮ ਵਿੱਚ ਇੱਕ ਨੌਜਵਾਨ ਲੜਕੇ ਦਾ ਸ਼ਿਕਾਰ ਬਣ ਜਾਵਾਂਗੀ ਅਤੇ ਜੋ ਕੁਝ ਹੋਇਆ ਸੀ ਉਸ ਦੀ ਸ਼ੁਰੂਆਤ ਮੈਂ ਹੀ ਕੀਤੀ ਸੀ। ਇਸ ਲਈ ਮੈਂ ਇਸ ਕੰਮ ਲਈ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ ਸੀ। ਮੇਰੇ ਨਾਲ ਜੋ ਵੀ ਹੋਇਆ ਉਹ ਮੇਰੇ ਕੰਮਾਂ ਕਰਕੇ ਹੋਇਆ। ਮੇਰੇ ਡਰਾਈਵਰ ਨੇ ਮੇਰੇ ਨਾਲ ਅਜਿਹਾ ਕੰਮ ਕੀਤਾ ਜੋ 7 ਆਦਮੀ ਵੀ ਨਹੀਂ ਕਰ ਸਕਦੇ ਸਨ। ਮੈਂ ਹੈਰਾਨ ਸੀ ਅਤੇ ਸੋਚ ਰਹੀ ਸੀ ਕਿ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਮੇਰਾ ਡਰਾਈਵਰ ਇੰਨਾ ਸ਼ਕਤੀਸ਼ਾਲੀ ਅਤੇ ਇੰਨਾ ਕਾਬਲ ਹੈ ਕਿ ਉਸ ਵਿੱਚ ਕਈ ਆਦਮੀਆਂ ਜਿੰਨੀ ਤਾਕਤ ਹੈ, ਤਾਂ ਮੈਂ ਉਸਨੂੰ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਹੀ ਜਗ੍ਹਾ ਦੇ ਦਿੰਦੀ। ਮੈਂ ਉਸਦੀ ਤਾਕਤ ਅੱਗੇ ਬੇਵੱਸ ਹੋ ਗਈ ਅਤੇ ਇੱਕ ਸ਼ਬਦ ਵੀ ਨਾ ਬੋਲ ਸਕੀ। ਮੇਰਾ ਨਾਜ਼ੁਕ ਸਰੀਰ ਉਸ ਦੀ ਤਾਕਤ ਅੱਗੇ ਕਮਜ਼ੋਰ ਹੋ ਗਿਆ ਸੀ। ਉਸ ਰਾਤ ਉਸ ਡਰਾਈਵਰ ਨੇ ਮੇਰੇ ਨਾਲ ਕੀ ਕੀਤਾ, ਇਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਮੈਨੂੰ ਹਮੇਸ਼ਾ ਆਪਣੀ ਚਮੜੀ ਦਾ ਬਹੁਤ ਧਿਆਨ ਰੱਖਣ ਦੀ ਆਦਤ ਸੀ। ਮੈਂ ਜਿੱਥੇ ਵੀ ਜਾਂਦੀ ਸਭ ਤੋਂ ਪਹਿਲਾਂ ਮੈਂ ਇਹ ਧਿਆਨ ਰੱਖਦੀ ਕਿ ਮੇਰੀ ਚਮੜੀ 'ਤੇ ਧੂੜ ਮਿੱਟੀ ਨਾ ਲੱਗ ਜਾਵੇ। ਮੈਂ ਬਾਰ-ਬਾਰ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦੀ ਸੀ ਕਿ ਮੇਰੇ ਚਿਹਰੇ 'ਤੇ ਕੋਈ ਧੂੜ ਮਿੱਟੀ ਤਾਂ ਨਹੀਂ ਲੱਗ ਗਈ, ਪਰ ਮੈਂ ਆਪਣੀ ਚਮੜੀ ਦਾ ਬਹੁਤ ਧਿਆਨ ਰੱਖਦੀ ਸੀ। ਜਦੋਂ ਵੀ ਮੈਂ ਬਾਹਰ ਜਾਂਦੀ, ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲੈਂਦੀ ਸੀ। ਭਾਵੇਂ ਮੈਂ ਕਾਰ ਵਿੱਚ ਕਿਤੇ ਜਾਂਦੀ, ਫਿਰ ਵੀ ਮੈਂ ਆਪਣੇ ਚਿਹਰੇ 'ਤੇ ਮਾਸਕ ਲਾ ਕੇ ਜਾਂਦੀ ਸੀ। ਬਹੁਤ ਘੱਟ ਲੋਕ ਮੈਨੂੰ ਮੇਰੇ ਚਿਹਰੇ ਤੋਂ ਪਛਾਣਦੇ ਸੀ। ਆਪਣੇ ਆਪ ਨੂੰ ਇੰਨਾ ਲੁਕਾ ਕੇ ਰੱਖਣ ਪਿੱਛੇ ਇੱਕ ਹੋਰ ਵੱਡਾ ਕਾਰਨ ਸੀ। ਇਸ ਕਾਰਨ ਨੂੰ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ। ਮੈਂ ਹਮੇਸ਼ਾ ਆਪਣੇ ਆਪ ਨੂੰ ਲੁਕੋ ਕੇ ਰੱਖਦੀ ਸੀ। ਕੋਈ ਮੈਨੂੰ ਦੇਖ ਨਹੀਂ ਸਕਦਾ ਸੀ, ਪਰ ਮੈਨੂੰ ਇਸ ਗੱਲ ਦਾ ਬਹੁਤ ਮਾਣ ਸੀ ਕਿ ਮੈਨੂੰ ਕੋਈ ਨਹੀਂ ਪਛਾਣਦਾ ਸੀ। ਨਾ ਕੋਈ ਮੇਰੀ ਸੁੰਦਰਤਾ ਤੋਂ ਜਾਣੂ ਸੀ, ਨਾ ਹੀ ਮੇਰੀ ਉਮਰ ਤੋਂ। ਪਰ ਇੱਕ ਦਿਨ ਮੇਰੇ ਡਰਾਈਵਰ ਨੇ ਕੁਝ ਅਜਿਹਾ ਕਿਹਾ ਜਿਸ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਅਜੀਬ ਜਿਹੀਆਂ ਅੱਖਾਂ ਨਾਲ ਕਾਰ ਦੇ ਸ਼ੀਸ਼ੇ ਵਿੱਚੋਂ ਡਰਾਈਵਰ ਦਾ ਚਿਹਰਾ ਦੇਖਣ ਲੱਗੀ ਅਤੇ ਜਦੋਂ ਉਸਨੇ ਮੇਰੇ ਵੱਲ ਦੇਖਿਆ ਤਾਂ ਉਸਦੀ ਨਜ਼ਰਾਂ ਮੇਰੀਆਂ ਨਜ਼ਰਾਂ ਨਾਲ ਮਿਲ ਗਈਆਂ। ਤਾਂ ਮੈਂ ਜਲਦੀ ਨਾਲ ਆਪਣੀ ਨਜ਼ਰ ਦੂਜੇ ਪਾਸੇ ਘੁਮਾ ਲਈ। ਉਸਨੇ ਕਿਹਾ, ਮੈਡਮ ਜੀ, ਇੱਕ ਮੌਕੇ ਦੀ ਤਾਂ ਗੱਲ ਹੈ। ਤੁਸੀਂ ਦੇਖੋਗੇ ਕਿ ਮੈਂ ਤੁਹਾਨੂੰ ਕਿਵੇਂ ਖੁਸ਼ ਕਰਾਂਗਾ। ਤੁਸੀਂ ਹਮੇਸ਼ਾ ਮੇਰੇ ਧੰਨਵਾਦੀ ਰਹੋਗੇ ਅਤੇ ਮੈਨੂੰ ਵਾਰ-ਵਾਰ ਮੌਕੇ ਦਿਓਗੇ। ਉਸ ਦੀਆਂ ਗੱਲਾਂ ਸੁਣ ਕੇ ਮੈਂ ਥੋੜਾ ਘਬਰਾ ਗਈ। ਪਤਾ ਨਹੀਂ ਉਹ ਕਿਸ ਮੌਕੇ ਦੀ ਗੱਲ ਕਰ ਰਿਹਾ ਸੀ ਤੇ ਮੇਰੇ ਤੋਂ ਕੀ ਚਾਹੁੰਦਾ ਸੀ। ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਮੈਂ ਚੁੱਪਚਾਪ ਖਿੜਕੀ ਵਿੱਚੋਂ ਬਾਹਰ ਦੇਖਦੀ ਰਹੀ, ਪਰ ਜਦੋਂ ਮੈਂ ਘਰ ਪਹੁੰਚੀ ਤਾਂ ਉਹ ਮੇਰੇ ਕਮਰੇ ਵਿੱਚ ਆ ਗਿਆ ਅਤੇ ਫਿਰ ਆਉਂਦਿਆਂ ਹੀ ਉਸਨੇ ਮੈਨੂੰ ਕਿਹਾ, ਮੇਰਾ ਨਾਮ ਰਚਨਾ ਤਿਵਾਰੀ ਹੈ। ਭਾਵੇਂ ਮੈਂ ਭਾਰਤ ਨਾਲ ਸੰਬੰਧਿਤ ਹਾਂ, ਪਰ ਮੇਰਾ ਜਨਮ ਦੁਬਈ ਵਿੱਚ ਹੋਇਆ ਸੀ। ਮੇਰੇ ਮਾਤਾ-ਪਿਤਾ ਭਾਰਤ ਦੇ ਸਨ, ਪਰ ਉਹ ਹਮੇਸ਼ਾ ਲਈ ਦੁਬਈ ਸ਼ਿਫਟ ਹੋ ਗਏ ਸਨ ਅਤੇ ਮੈਂ ਵੀ ਦੁਬਾਰਾ ਕਦੇ ਭਾਰਤ ਨਹੀਂ ਆਈ ਸੀ ਅਤੇ ਮੇਰੇ ਮਾਤਾ-ਪਿਤਾ ਕਾਰਨ ਮੇਰੀ ਹਿੰਦੀ ਵੀ ਬਹੁਤ ਚੰਗੀ ਸੀ। ਮੈਂ ਵਿਆਹੀ ਹੋਈ ਸੀ ਅਤੇ ਮੇਰੇ ਵਿਆਹ ਨੂੰ 3 ਸਾਲ ਹੋਣ ਵਾਲੇ ਸਨ। ਮੇਰੇ ਪਤੀ ਜ਼ਿਆਦਾਤਰ ਕਾਰੋਬਾਰ ਲਈ ਭਾਰਤ ਵਿੱਚ ਹੀ ਰਹਿੰਦੇ ਸਨ। ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਇੱਕ ਭਾਰਤੀ ਮੁੰਡੇ ਨਾਲ ਕੀਤਾ ਸੀ ਜੋ ਜ਼ਿਆਦਾਤਰ ਭਾਰਤ ਵਿੱਚ ਹੀ ਰਹਿੰਦੇ ਸੀ। ਮੇਰੇ ਮਾਤਾ-ਪਿਤਾ ਦਾ ਮੰਨਣਾ ਸੀ ਕਿ ਸਾਨੂੰ ਹਮੇਸ਼ਾ ਆਪਣੇ ਦੇਸ਼ ਨਾਲ ਜੁੜੇ ਰਹਿਣਾ ਚਾਹੀਦਾ ਹੈ। ਮੇਰੇ ਮਾਤਾ-ਪਿਤਾ ਨੇ ਆਪਣਾ ਦੇਸ਼ ਛੱਡ ਦਿੱਤਾ ਸੀ ਅਤੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ। ਇਸੇ ਲਈ ਉਹਨਾਂ ਨੇ ਮੇਰਾ ਵਿਆਹ ਭਾਰਤੀ ਮੁੰਡੇ ਨਾਲ ਕਰ ਦਿੱਤਾ ਸੀ, ਪਰ ਮੇਰਾ ਇੰਡੀਆ ਜਾਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਆਪਣੇ ਵਿਆਹ ਤੋਂ ਬਾਅਦ ਸਿਰਫ ਇੱਕ ਵਾਰ ਇੰਡੀਆ ਗਈ ਸੀ ਅਤੇ ਦੁਬਾਰਾ ਦੁਬਈ ਆ ਗਈ ਸੀ, ਪਰ ਮੇਰੇ ਪਤੀ ਦਾ ਕਾਰੋਬਾਰ ਭਾਰਤ ਵਿੱਚ ਸੈਟਲ ਸੀ, ਇਸ ਲਈ ਉਹ ਉੱਥੇ ਆਪਣਾ ਕਾਰੋਬਾਰ ਕਰਦੇ ਸਨ। ਸਾਡਾ ਕੁਝ ਕਾਰੋਬਾਰ ਦੁਬਈ ਵਿੱਚ ਵੀ ਸੀ, ਜਿਸ ਨੂੰ ਮੈਂ ਦੇਖਦੀ ਸੀ ਕਿ ਉਹ ਕਦੇ ਦੁਬਈ ਵਿੱਚ ਰਹਿੰਦਾ ਸੀ ਅਤੇ ਕਦੇ ਭਾਰਤ ਵਿੱਚ। ਮੇਰੇ ਪਤੀ ਵਿਕਰਮ ਦੀ ਗੈਰ ਮੌਜੂਦਗੀ ਵਿੱਚ ਮੈਂ ਇਕੱਲੀ ਨੇ ਦੁਬਈ ਦੇ ਕਾਰੋਬਾਰ ਨੂੰ ਸੰਭਾਲਿਆ ਅਤੇ ਘਰ ਦੇ ਕੰਮਾਂ ਨੂੰ ਵੀ ਅਸੀਂ ਬਹੁਤ ਸਾਰੇ ਭਰੋਸੇਮੰਦ ਨੌਕਰ ਰੱਖੇ ਹੋਏ ਸਨ। ਇਸ ਕਰਕੇ ਮੇਰੇ ਪਤੀ ਨੂੰ ਮੈਨੂੰ ਇਕੱਲੇ ਛੱਡਣ ਵਿੱਚ ਕੋਈ ਮੁਸ਼ਕਲ ਨਹੀਂ ਸੀ। ਪਰ ਸਾਡਾ ਪੁਰਾਣਾ ਡਰਾਈਵਰ ਰਾਜੇਸ਼ ਕੁਝ ਦਿਨਾਂ ਪਹਿਲਾਂ ਛੁੱਟੀਆਂ 'ਤੇ ਗਿਆ ਸੀ
ਜਿਸ ਕਰਕੇ ਵਿਕਰਮ ਨੇ ਉਸ ਦੀ ਥਾਂ ਤੇ ਨਵਾਂ ਡਰਾਈਵਰ ਰੱਖ ਲਿਆ ਸੀ, ਜਿਸ ਡਰਾਈਵਰ ਦਾ ਨਾਮ ਸਮਿਤ ਸੀ ਅਤੇ ਉਹ ਸਾਡੇ ਨਾਲ ਕੰਮ ਕਰਕੇ ਇੱਕ ਚੰਗਾ ਇਨਸਾਨ ਸਾਬਤ ਹੋਇਆ ਸੀ। ਪਰ ਅੱਜ ਅਚਾਨਕ ਉਸਨੇ ਮੇਰੇ ਨਾਲ ਜੋ ਗੱਲ ਕੀਤੀ, ਉਸ ਗੱਲ ਤੋਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਛੁਪਿਆ ਮਤਲਬ ਸਮਝ ਗਈ ਸੀ ਅਤੇ ਸ਼ਾਇਦ ਮੈਂ ਡਰ ਗਈ ਸੀ ਕਿਉਂਕਿ ਵਿਕਰਮ ਵੀ ਇੱਥੇ ਮੌਜੂਦ ਨਹੀਂ ਸੀ ਅਤੇ ਇਸ ਸਮੇਂ ਮੈਂ ਇਕੱਲੀ ਹੀ ਸਭ ਕੁਝ ਦੇਖ ਰਹੀ ਸੀ। ਇੱਕ ਪਲ ਲਈ ਮੇਰੇ ਮਨ ਵਿੱਚ ਇੱਕ ਖਿਆਲ ਆਇਆ, ਪਤਾ ਨਹੀਂ ਸਮਿਤ ਇਕੱਲਾ ਹੈ ਜਾਂ ਉਸਦੇ ਪਿੱਛੇ ਕੋਈ ਹੋਰ ਵੀ ਹੈ। ਮੈਂ ਇੱਕ ਮੁਟਿਆਰ ਸੀ ਅਤੇ ਮੇਰੇ ਲਈ ਇਹ ਬਹੁਤ ਡਰਾਉਣੀ ਗੱਲ ਸੀ ਕਿ ਉਹ ਮੇਰੇ ਨਾਲ ਨਿੱਜੀ ਤੌਰ ਤੇ ਕਿਸੇ ਮੌਕੇ ਬਾਰੇ ਗੱਲ ਕਰ ਰਿਹਾ ਸੀ। ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਉਹ ਕਿਸ ਮੌਕੇ ਦੀ ਗੱਲ ਕਰ ਰਿਹਾ ਸੀ। ਇਕੱਲੇ ਨੌਜਵਾਨ ਅਤੇ ਮੁਟਿਆਰ ਕੀ ਕਰਦੇ ਹਨ, ਮੈਨੂੰ ਸਭ ਕੁਝ ਪਤਾ ਸੀ। ਸਮਿਤ ਨੇ ਮੈਨੂੰ ਘਰ ਛੱਡ ਦਿੱਤਾ ਸੀ। ਮੈਂ ਕਾਰ ਤੋਂ ਉਤਰ ਕੇ ਅੰਦਰ ਚਲੀ ਆਈ, ਪਰ ਮੇਰੀਆਂ ਅੱਖਾਂ ਇੱਧਰ ਉੱਧਰ ਭਟਕ ਰਹੀਆਂ ਸਨ। ਮੇਰਾ ਦਿਮਾਗ ਹਮੇਸ਼ਾ ਬਹੁਤ ਤੇਜ਼ੀ ਨਾਲ ਕੰਮ ਕਰਦਾ ਸੀ, ਇਸ ਲਈ ਮੈਂ ਆਪਣੇ ਆਲੇ ਦੁਆਲੇ ਕੋਈ ਚੀਜ਼ ਮਹਿਸੂਸ ਕਰ ਰਹੀ ਸੀ ਕਿ ਕੋਈ ਖਤਰਾ ਤਾਂ ਨਹੀਂ ਹੈ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਕਮਰੇ ਨੂੰ ਬੰਦ ਕਰ ਲਿਆ। ਫਿਰ ਮੈਂ ਬਿਸਤਰੇ ਤੇ ਲੇਟ ਕੇ ਡੂੰਘੇ ਸਾਹ ਲੈਣ ਲੱਗੀ। ਸਾਹਮਣੇ ਵਿਕਰਮ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਮੈਨੂੰ ਵਿਕਰਮ ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਘਰ 'ਚ ਅਣਜਾਣ ਬੰਦੇ ਨੂੰ ਨੌਕਰੀ ਤੇ ਰੱਖਣ ਦੀ ਕੀ ਲੋੜ ਸੀ। ਸਾਨੂੰ ਕੀ ਪਤਾ ਸੀ ਕਿ ਉਸ ਦੇ ਇਰਾਦੇ ਚੰਗੇ ਨਹੀਂ ਸਨ ਅਤੇ ਵਿਕਰਮ ਮੈਨੂੰ ਇਕੱਲੀ ਨੂੰ ਛੱਡ ਗਿਆ ਸੀ। ਸਾਡੀ ਪੁਰਾਣੀ ਨੌਕਰਾਨੀ ਵੀ ਪਿਛਲੇ 3 ਦਿਨਾਂ ਤੋਂ ਛੁੱਟੀ ਤੇ ਸੀ ਅਤੇ ਇਸ ਸਭ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਸੀ। ਮੈਂ ਇਹਨਾਂ ਸੋਚਾਂ ਵਿੱਚ ਗਵਾਚੀ ਹੋਈ ਮੈਂ ਵਿਕਰਮ ਨੂੰ ਫੋਨ ਕਰਨ ਲੱਗੀ ਕਿ ਉਹ ਕਦੋਂ ਵਾਪਸ ਆਵੇਗਾ। ਉਸ ਦੇ ਗਾਰਡ ਨੇ ਉਸ ਦਾ ਫੋਨ ਚੁੱਕਿਆ ਅਤੇ ਕਿਹਾ ਕਿ ਵਿਕਰਮ ਸਾਹਿਬ ਅੱਜ ਬਹੁਤ ਵਿਅਸਤ ਹਨ, ਤੁਸੀਂ ਬਾਅਦ ਵਿੱਚ ਕਾਲ ਕਰਕੇ ਗੱਲ ਕਰ ਲੈਣਾ। ਉਸ ਦੇ ਗਾਰਡ ਦੀ ਆਵਾਜ਼ ਸੁਣ ਕੇ ਮੇਰੇ ਸਾਰੇ ਸਰੀਰ ਨੂੰ ਅੱਗ ਲੱਗ ਗਈ ਸੀ। ਮੈਂ ਉਸ ਦੀ ਪਤਨੀ ਸੀ, ਪਰ ਉਹ ਮੈਨੂੰ ਕਿਤੇ ਵੀ ਆਪਣੇ ਨਾਲ ਨਹੀਂ ਲੈ ਕੇ ਜਾਂਦਾ ਸੀ, ਸਗੋਂ ਮੈਨੂੰ ਆਪਣੇ ਕੰਮ ਧੰਦੇ ਵਿੱਚ ਰੁਝਾਈ ਰੱਖਦਾ ਸੀ ਅਤੇ ਆਪਣੇ ਪਹਿਰੇਦਾਰ ਨਾਲ ਹਰ ਥਾਂ ਘੁੰਮਦਾ ਰਹਿੰਦਾ ਸੀ। ਪਿੱਛੇ ਤੋਂ ਆ ਰਹੀ ਗਾਣਿਆਂ ਦੀਆਂ ਆਵਾਜ਼ਾਂ ਅਤੇ ਰੌਲੇ ਰੱਪੇ ਤੋਂ ਮੈਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਮੇਰਾ ਪਤੀ ਇਸ ਸਮੇਂ ਕਿੱਥੇ ਹੋਵੇਗਾ ਅਤੇ ਉਹ ਕੀ ਕਰ ਰਿਹਾ ਹੋਵੇਗਾ। ਮੈਂ ਗੁੱਸੇ ਨਾਲ ਫੋਨ ਕੰਧ ਤੇ ਮਾਰਿਆ ਅਤੇ ਉਸ ਸਮੇਂ ਕਮਰੇ ਦੇ ਦਰਵਾਜ਼ੇ ਦੀ ਘੰਟੀ ਵੱਜਣ ਲੱਗੀ। ਜਿਵੇਂ ਹੀ ਮੈਂ ਪੁੱਛਿਆ ਕਿ ਕੌਣ ਹੈ, ਬਾਹਰੋਂ ਸਮਿਤ ਦੀ ਆਵਾਜ਼ ਆਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਸਮੇਂ ਮੇਰੇ ਕਮਰੇ ਦੇ ਦਰਵਾਜ਼ੇ ਤੇ ਕੀ ਕਰ ਰਿਹਾ ਸੀ ਅਤੇ ਫਿਰ ਜਲਦੀ ਨਾਲ ਆਪਣਾ ਚਿਹਰਾ ਢੱਕਿਆ ਅਤੇ ਦਰਵਾਜ਼ਾ ਖੋਲ੍ਹਿਆ। ਸਮਿਤ ਮੈਨੂੰ ਮੁਸਕਰਾ ਕੇ ਕਹਿਣ ਲੱਗਾ, ਮੈਡਮ ਜੀ, ਤੁਸੀਂ ਆਪਣਾ ਪਰਸ ਕਾਰ ਵਿੱਚ ਭੁੱਲ ਗਏ ਸੀ, ਆਪਣੀਆਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਪਰਸ ਨੂੰ ਦੇਖ ਕੇ ਮੈਨੂੰ ਰਾਹਤ ਮਿਲੀ ਕਿ ਉਹ ਇੱਥੇ ਕਿਸੇ ਖਾਸ ਮਕਸਦ ਲਈ ਨਹੀਂ ਆਇਆ ਸੀ, ਸਗੋਂ ਮੇਰਾ ਪਰਸ ਵਾਪਸ ਕਰਨ ਲਈ ਆਇਆ ਸੀ। ਜਿਵੇਂ ਹੀ ਮੈਂ ਆਪਣਾ ਪਰਸ ਲਿਆ ਅਤੇ ਦੁਬਾਰਾ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਹ ਅਚਾਨਕ ਬੋਲਿਆ, ਮੈਡਮ ਜੀ, ਕਿਰਪਾ ਕਰਕੇ ਮੈਨੂੰ ਇਕੱਲੇ ਵਿੱਚ ਮੌਕਾ ਦੇ ਕੇ ਤਾਂ ਦੇਖੋ, ਤੁਸੀਂ ਪੂਰੀ ਤਰ੍ਹਾਂ ਖੁਸ਼ ਹੋ ਜਾਓਗੇ। ਵਿਕਰਮ ਸਾਹਿਬ ਵੀ ਇੱਥੇ ਮੌਜੂਦ ਨਹੀਂ ਹਨ। ਮੈਂ ਤੁਹਾਨੂੰ ਇੰਨਾ ਕੁਛ ਕਰਾਂਗਾ ਕਿ ਤੁਸੀਂ ਦੇਖਦੇ ਹੀ ਰਹਿ ਜਾਓਗੇ, ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਤੁਹਾਡਾ ਕੰਮ ਵੀ ਹੋ ਜਾਵੇਗਾ ਅਤੇ ਮੇਰਾ ਵੀ। ਜੇ ਕੋਈ ਹੋਰ ਮੌਕਾ ਹੁੰਦਾ ਤਾਂ ਮੈਂ ਸਮਿਤ ਨੂੰ ਉਸ ਦੀ ਔਕਾਤ ਚੇਤੇ ਕਰਵਾ ਦਿੰਦੀ, ਪਰ ਇਸ ਸਮੇਂ ਮੇਰੇ ਮਨ ਵਿੱਚ ਵਿਕਰਮ ਦੇ ਗਾਰਡ ਦੀ ਆਵਾਜ਼ ਗੂੰਜ ਰਹੀ ਸੀ। ਮੈਂ ਵਿਕਰਮ ਦੀ ਆਗਿਆ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਚੁੱਕ ਸਕਦੀ ਸੀ ਅਤੇ ਉਹ ਮੇਰੇ ਤੋਂ ਇਲਾਵਾ ਆਪਣੀ ਮਰਜ਼ੀ ਅਨੁਸਾਰ ਅਯਾਸ਼ੀਆਂ ਕਰ ਰਿਹਾ ਸੀ। ਗੁੱਸੇ ਵਿੱਚ ਮੈਂ ਵਿਕਰਮ ਦੇ ਖਿਲਾਫ ਜਾਣ ਦਾ ਫੈਸਲਾ ਕੀਤਾ ਅਤੇ ਮੈਂ ਸੋਚਿਆ ਕਿ ਜੇ ਉਹ ਆਪਣੀ ਇੱਛਾ ਅਨੁਸਾਰ ਸਭ ਕੁਝ ਕਰ ਸਕਦਾ ਹੈ ਤਾਂ ਮੈਂ ਆਪਣੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਦੇ ਸਾਰੇ ਫੈਸਲੇ ਲੈ ਸਕਦੀ ਹਾਂ। ਅਤੇ ਵੈਸੇ ਵੀ ਉਹ ਮੈਨੂੰ ਘੱਟ ਅਕਲ ਵਾਲੀ ਸਮਝਦਾ ਸੀ। ਉਹ ਮੈਨੂੰ ਆਸਾਨੀ ਨਾਲ ਚਕਮਾ ਦੇ ਕੇ ਖੁਦ ਇੰਡੀਆ ਜਾ ਕੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਤੀਤ ਕਰਦਾ ਸੀ। ਉਹ ਮੈਨੂੰ ਕਾਰੋਬਾਰ ਵਿੱਚ ਇਸ ਤਰ੍ਹਾਂ ਫਸਾਉਂਦਾ ਸੀ ਕਿ ਮੈਨੂੰ ਉਸ ਦੀ ਖਬਰ ਲੈਣ ਦਾ ਮੌਕਾ ਵੀ ਨਾ ਮਿਲੇ। ਮੈਂ ਕੁਝ ਪਲਾਂ ਵਿੱਚ ਹੀ ਫੈਸਲਾ ਕਰ ਲਿਆ ਸੀ ਕਿ ਮੈਂ ਨਾ ਸਿਰਫ ਸਮਿਤ ਨੂੰ ਇੱਕ ਮੌਕਾ ਦੇਵਾਂਗੀ, ਸਗੋਂ ਮੈਂ ਉਸ ਨੂੰ ਆਪਣੇ ਸਾਰੇ ਰਾਜ਼ ਵੀ ਦੱਸਾਂਗੀ ਅਤੇ ਵਿਕਰਮ ਨੂੰ ਕਦੇ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਹੋਣ ਦੇਵਾਂਗੀ ਕਿ ਮੈਂ ਉਸ ਦੀ ਪਿੱਠ ਪਿੱਛੇ ਅਜਿਹਾ ਕੁਝ ਕੀਤਾ ਹੈ। ਜੇਕਰ ਵਿਕਰਮ ਆਪਣੀ ਮਨਮਰਜ਼ੀ ਕਰ ਸਕਦਾ ਹੈ ਤਾਂ ਮੈਂ ਵੀ ਕਿਉਂ ਪਿੱਛੇ ਰਹਿੰਦੀ। ਇਹ ਸੋਚ ਕੇ ਮੈਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਅਤੇ ਸਮਿਤ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ। ਮੈਂ ਉਸ ਸਮੇਂ ਘਰ ਵਿੱਚ ਪੂਰੀ ਤਰ੍ਹਾਂ ਇਕੱਲੀ ਸੀ ਅਤੇ ਇਸ ਕੰਮ ਲਈ ਇਹ ਮੌਕਾ ਬਹੁਤ ਵਧੀਆ ਸੀ। ਵਿਕਰਮ ਨੇ ਇੱਕ
ਔਰਤ ਨੂੰ ਮੇਰੇ ਤੇ ਨਜ਼ਰ ਰੱਖਣ ਲਈ ਰੱਖਿਆ ਹੋਇਆ ਸੀ। ਉਹ ਔਰਤ ਹਮੇਸ਼ਾ ਮੇਰੇ ਦਿਮਾਗ ਵਿੱਚ ਰਹਿੰਦੀ ਸੀ ਅਤੇ ਘਰ ਦੀ ਹਰ ਛੋਟੀ-ਛੋਟੀ ਗੱਲ ਵਿਕਰਮ ਨੂੰ ਆਉਂਦਿਆਂ ਹੀ ਦੱਸ ਦਿੰਦੀ ਸੀ। ਭਾਰਤ ਵਿੱਚ ਹੋਣ ਦੇ ਬਾਵਜੂਦ ਵਿਕਰਮ ਹਰ ਪਲ ਦੁਬਈ ਦੀ ਖਬਰ ਰੱਖਦਾ ਸੀ ਕਿ ਮੈਂ ਕਿੱਥੇ ਜਾਂਦੀ ਹਾਂ, ਕੀ ਕਰਦੀ ਹਾਂ, ਕੌਣ ਮੈਨੂੰ ਮਿਲਣ ਆਉਂਦਾ ਹੈ। ਵਿਕਰਮ ਨੂੰ ਸਾਰੀ ਖਬਰ ਪਤਾ ਸੀ। ਉਸ ਨਾਲ ਮੇਰੀ ਜ਼ਿੰਦਗੀ ਕਿਸੇ ਕੈਦੀ ਵਰਗੀ ਲੱਗਣ ਲੱਗ ਗਈ ਸੀ, ਭਾਵੇਂ ਮੈਨੂੰ ਉਸ ਦੇ ਕਿਸੇ ਵੀ ਪਲ ਦਾ ਪਤਾ ਨਹੀਂ ਸੀ। ਇਸ ਲਈ ਮੈਂ ਇਸ ਕਮਜ਼ੋਰ ਪਲ ਵਿੱਚ ਫੈਸਲਾ ਕਰ ਲਿਆ ਸੀ ਕਿ ਹੁਣ ਮੈਂ ਆਪਣੇ ਲਈ ਇੱਕ ਵੱਖਰਾ ਰਸਤਾ ਚੁਣਾਂਗੀ ਅਤੇ ਵਿਕਰਮ ਦੇ ਇਸ਼ਾਰਿਆਂ ਤੇ ਨਹੀਂ ਨੱਚਾਂਗੀ। ਸੁਮਿਤ ਮੇਰੇ ਪਿੱਛੇ ਕਮਰੇ ਵਿੱਚ ਆ ਗਿਆ। ਮੈਂ ਉਸ ਨੂੰ ਪਹਿਲਾਂ ਇਹ ਭਰੋਸਾ ਦਿਵਾਉਣ ਲਈ ਕਿਹਾ ਉਸ ਦੇ ਅਤੇ ਮੇਰੇ ਵਿਚਕਾਰ ਕੋਈ ਵੀ ਕੰਮ ਜਾਂ ਕੋਈ ਵੀ ਰਿਸ਼ਤਾ ਵਿਕਰਮ ਤੱਕ ਨਹੀਂ ਪਹੁੰਚੇਗਾ। ਉਸ ਨੇ ਮੁਸਕਰਾਉਂਦੇ ਹੋਏ ਕਿਹਾ, ਮੈਡਮ ਜੀ, ਮੇਰੇ ਤੇ ਭਰੋਸਾ ਕਰੋ। ਮੈਂ ਇਹ ਕਦੇ ਕਿਸੇ ਦੇ ਸਾਹਮਣੇ ਨਹੀਂ ਕਹਾਂਗਾ ਅਤੇ ਤੁਹਾਨੂੰ ਇਸ ਤਰ੍ਹਾਂ ਖੁਸ਼ ਕਰਾਂਗਾ ਕਿ ਤੁਸੀਂ ਹੈਰਾਨ ਹੋ ਜਾਓਗੇ। ਮੈਨੂੰ ਸਮਿਤ ਤੇ ਵਿਸ਼ਵਾਸ ਸੀ, ਇਸ ਲਈ ਮੈਂ ਆਪਣੇ ਚਿਹਰੇ ਤੋਂ ਮਾਸਕ ਹਟਾ ਦਿੱਤਾ ਅਤੇ ਸਮਿਤ ਨੂੰ ਕਿਹਾ, ਠੀਕ ਹੈ, ਮੈਂ ਅੱਜ ਦੀ ਰਾਤ ਉਸ ਨੂੰ ਇੱਕ ਮੌਕਾ ਦੇਣਾ ਚਾਹੁੰਦੀ ਸੀ। ਜੇਕਰ ਸੱਚਮੁੱਚ ਮੈਨੂੰ ਇਹ ਮਹਿਸੂਸ ਹੋਇਆ ਕਿ ਤੁਸੀਂ ਇਸ ਦੇ ਕਾਬਿਲ ਹੋ ਤਾਂ ਮੈਂ ਤੁਹਾਡੇ ਤੇ ਹੋਰ ਭਰੋਸਾ ਕਰਨ ਜਾਂ ਤੁਹਾਡੇ ਨਾਲ ਅੱਗੇ ਵਧਣ ਬਾਰੇ ਸੋਚਾਂਗੀ, ਤਾਂ ਮੈਂ ਕਦੇ ਪਿੱਛੇ ਨਹੀਂ ਹਟਾਂਗੀ। ਸਮਿਤ ਮੇਰੀਆਂ ਗੱਲਾਂ ਤੇ ਮੁਸਕਰਾਇਆ ਅਤੇ ਧਿਆਨ ਨਾਲ ਮੇਰੇ ਚਿਹਰੇ ਵੱਲ ਦੇਖਣ ਲੱਗਾ। ਪਤਾ ਨਹੀਂ ਉਹ ਮੇਰੇ ਚਿਹਰੇ ਤੋਂ ਕੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਕਿਸੇ ਅਜਨਬੀ ਨੂੰ ਇਸ ਤਰ੍ਹਾਂ ਆਪਣਾ ਚਿਹਰਾ ਦਿਖਾ ਰਹੀ ਸੀ। ਸਮਿਤ ਦੇ ਅੰਦਾਜ਼ ਨੇ ਮੇਰੀ ਸਾਰੀ ਝਿਜਕ ਨੂੰ ਖਤਮ ਕਰ ਦਿੱਤਾ ਸੀ ਅਤੇ ਮੈਂ ਵਿਕਰਮ ਨੂੰ ਭੁੱਲਦੀ ਜਾ ਰਹੀ ਸੀ ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਜਦੋਂ ਵਿਕਰਮ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ। ਫਟਾਫਟ ਸਮਿਤ ਨੂੰ ਇੱਕ ਮੌਕਾ ਦੇ ਦਿੱਤਾ। ਮੈਂ ਕਦੋਂ ਤੱਕ ਵਿਕਰਮ ਦੀ ਬੇਰੁਖੀ ਅਤੇ ਬੇਤਵਾਰੀ ਨੂੰ ਬਰਦਾਸ਼ਤ ਕਰਦੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜੀਵਾਂਗੀ ਅਤੇ ਹੁਣ ਵਿਕਰਮ ਦੇ ਨਾਲ ਨਹੀਂ ਰਹਾਂਗੀ। ਅਤੇ ਜਿਵੇਂ ਹੀ ਮੈਂ ਸਮਿਤ ਨੂੰ ਮੌਕਾ ਦਿੱਤਾ, ਉਸਨੇ ਸੱਚਮੁੱਚ ਮੇਰੇ ਹੋਸ਼ ਉਡਾ ਦਿੱਤੇ। ਉਹ ਇਕੱਲਾ ਹੀ 7 ਮਰਦਾਂ ਦੇ ਬਰਾਬਰ ਸਾਬਤ ਹੋਇਆ ਸੀ। ਉਹ ਰਾਤ ਮੇਰੇ ਲਈ ਬਹੁਤ ਹੈਰਾਨੀਜਨਕ ਸੀ। ਸਮਿਤ ਨੇ ਜੋ ਕਿਹਾ ਸੀ ਉਹ ਸੱਚ ਹੋ ਗਿਆ ਸੀ। ਮੈਂ ਸਮਿਤ ਤੇ ਬਹੁਤ ਖੁਸ਼ ਹੋ ਗਈ ਸੀ ਅਤੇ ਮੈਨੂੰ ਯਕੀਨ ਹੋ ਗਿਆ ਸੀ ਕਿ ਸਮਿਤ ਹੀ ਇੱਕ ਆਦਮੀ ਹੈ ਜਿਸ ਦੀ ਮਦਦ ਨਾਲ ਮੈਂ ਹੁਣ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ। ਵਿਕਰਮ ਦੀ ਖਾਸ ਨੌਕਰਾਨੀ ਪਹਿਲੀ ਵਾਰ ਛੁੱਟੀਆਂ ਤੇ ਗਈ ਸੀ ਅਤੇ ਉਸ ਨੇ ਇਹ ਛੁੱਟੀ ਅਚਾਨਕ ਲਈ ਸੀ ਅਤੇ ਸਮਿਤ ਅਤੇ ਮੈਨੂੰ ਇਹਨਾਂ ਛੁੱਟੀਆਂ ਦਾ ਸਭ ਤੋਂ ਵੱਧ ਫਾਇਦਾ ਹੋਇਆ ਕਿਉਂਕਿ ਮੇਰੇ ਤੇ ਨਜ਼ਰ ਰੱਖਣ ਵਾਲਾ ਜਾਂ ਮੈਨੂੰ ਰੋਕਣ ਵਾਲਾ ਕੋਈ ਨਹੀਂ ਸੀ। ਵਿਕਰਮ ਨੂੰ ਇਹ ਦੱਸਣ ਵਾਲਾ ਕੋਈ ਨਹੀਂ ਸੀ ਕਿ ਮੈਂ ਸਮਿਤ ਨਾਲ ਇਹ ਸਭ ਕੀਤਾ ਹੈ। ਜਿਸ ਤਰ੍ਹਾਂ ਸਮਿਤ ਨੇ ਮੈਨੂੰ ਇੱਕ ਰਾਤ ਵਿੱਚ ਬੰਦਿਆਂ ਦੀ ਤਾਕਤ ਦਿਖਾਈ, ਉਸ ਤੋਂ ਬਾਅਦ ਮੈਂ ਆਪ ਹੀ ਉਸ ਨੂੰ ਅਗਲੀ ਰਾਤ ਆਪਣੇ ਕਮਰੇ ਵਿੱਚ ਬੁਲਾ ਲਿਆ ਸੀ। ਸਮਿਤ ਨੇ ਮੈਨੂੰ ਉਹ ਖੁਸ਼ੀ ਦਿੱਤੀ ਸੀ ਜੋ ਮੈਂ ਬਿਆਨ ਵੀ ਨਹੀਂ ਕਰ ਸਕਦੀ। ਮੈਂ ਨੋਟਾਂ ਦੀਆਂ ਗੁੱਟੀਆਂ ਕੱਢ ਕੇ ਉਸ ਦੇ ਸਾਹਮਣੇ ਰੱਖ ਦਿੱਤੀਆਂ ਤਾਂ ਉਹ ਵੀ ਖੁਸ਼ ਹੋ ਗਿਆ। ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਮੇਰਾ ਕੰਮ ਕਰੇਗਾ ਤਾਂ ਮੈਂ ਉਸ ਨੂੰ ਬਹੁਤ ਸਾਰਾ ਪੈਸਾ ਦੇਵਾਂਗੀ। ਪਰ ਅਗਲੀ ਰਾਤ ਮੇਰੇ ਲਈ ਬਹੁਤ ਔਖੀ ਸੀ ਕਿਉਂਕਿ ਸਮਿਤ ਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਜੋ ਮੈਂ ਸੋਚ ਵੀ ਨਹੀਂ ਸਕਦੀ ਸੀ। ਉਹ ਕਿੰਨਾ ਤਾਕਤਵਰ ਸੀ, ਉਸ ਦਾ ਅੰਦਾਜ਼ਾ ਮੈਨੂੰ ਦੂਜੀ ਰਾਤ ਹੋਇਆ ਸੀ। ਪਹਿਲੀ ਰਾਤ ਤਾਂ ਸ਼ਾਇਦ ਉਹ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾ ਰਿਹਾ ਸੀ, ਪਰ ਦੂਜੀ ਰਾਤ ਉਸਨੇ ਅਜਿਹਾ ਕੰਮ ਕੀਤਾ ਕਿ ਮੈਂ ਤੜਫ ਉੱਠੀ ਸੀ। ਮੈਂ ਉਸ ਦੇ ਸਾਹਮਣੇ ਬੇਵੱਸ ਹੋ ਗਈ ਸੀ, ਪਰ ਉਸ ਨੂੰ ਮੇਰੇ ਤੇ ਕੋਈ ਤਰਸ ਨਹੀਂ ਆਇਆ। ਉਸਨੇ ਮੇਰੀ ਅਜਿਹੀ ਹਾਲਤ ਕਰ ਦਿੱਤੀ ਕਿ ਮੈਂ ਪਾਣੀ ਮੰਗਣ ਦੇ ਯੋਗ ਵੀ ਨਹੀਂ ਸੀ। ਸਮਿਤ ਨੇ ਮੇਰੇ ਨਾਲ ਕੁਝ ਅਜਿਹਾ ਕੀਤਾ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਹ ਰਾਤ ਮੇਰੇ ਲਈ ਬਹੁਤ ਭਿਆਨਕ ਗੁਜ਼ਰੀ ਸੀ ਅਤੇ ਮੇਰੇ ਦਿਲ ਵਿੱਚ ਇੱਕ ਖਿਆਲ ਆਇਆ ਸੀ ਕਿ ਜੇਕਰ ਵਿਕਰਮ ਮੇਰੇ ਕੋਲ ਹੁੰਦਾ ਤਾਂ ਉਹ ਮੈਨੂੰ ਸਮਿਤ ਤੋਂ ਬਚਾ ਲੈਂਦਾ, ਕਿਉਂਕਿ ਸਮਿਤ ਨੇ ਜ਼ੁਲਮ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਵਿਕਰਮ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾ ਕੇ ਸਮਿਤ ਨੇ ਉਸ ਰਾਤ ਮੇਰੇ ਨਾਲ ਜੋ ਕੀਤਾ ਉਹ ਜਾਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਉਸਨੇ ਮੈਨੂੰ ਜਿਉਂਦੇ ਰਹਿਣ ਦੇ ਕਾਬਲ ਵੀ ਨਹੀਂ ਛੱਡਿਆ ਸੀ। ਜਦੋਂ ਸਮਿਤ ਨੇ ਆਪਣਾ ਮਕਸਦ ਪੂਰਾ ਕਰ ਲਿਆ ਤਾਂ ਉਹ ਹੌਲੀ-ਹੌਲੀ ਮੈਨੂੰ ਦੱਸਣ ਲੱਗਾ ਕਿ ਉਸਨੇ ਮੇਰੇ ਨਾਲ ਇੰਨਾ ਕੁਝ ਕਿਵੇਂ ਕੀਤਾ, ਕਿਵੇਂ ਉਸਨੇ ਮੈਨੂੰ ਇੱਕੋ ਰਾਤ ਵਿੱਚ 7 ਬੰਦਿਆਂ ਦੀ ਤਾਕਤ ਦਿਖਾਈ ਸੀ ਅਤੇ ਉਸ ਦੇ ਸੱਚ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ। ਸਮਿਤ ਮੇਰਾ ਡਰਾਈਵਰ ਬਣ ਕੇ ਮੇਰੀ ਜ਼ਿੰਦਗੀ ਵਿੱਚ ਅਚਾਨਕ ਨਹੀਂ ਆਇਆ ਸੀ। ਉਸ ਦੀ ਨਜ਼ਰ ਤਾਂ ਮੇਰੇ ਤੇ ਪਹਿਲਾਂ ਦੀ ਸੀ। ਮੈਂ ਸੋਚਿਆ ਕਿ ਮੈਨੂੰ ਕੋਈ ਨਹੀਂ ਪਛਾਣਦਾ, ਪਰ ਇਹ ਮੇਰੀ ਗਲਤਫਹਿਮੀ ਸੀ। ਸਮਿਤ ਨੇ ਬਹੁਤ ਸਮਾਂ ਪਹਿਲਾਂ ਮੇਰਾ ਚਿਹਰਾ ਦੇਖਿਆ ਸੀ ਅਤੇ ਸਾਡੇ ਘਰ ਨੌਕਰੀ ਵੀ ਇਹੀ ਮਕਸਦ ਲਈ ਕਰਨ ਆਇਆ ਸੀ, ਕਿਉਂਕਿ ਉਸ ਦੀ ਨਜ਼ਰ ਮੇਰੇ ਤੇ ਸੀ ਅਤੇ ਉਹ ਮੇਰੇ ਨੇੜੇ ਆਉਣਾ ਚਾਹੁੰਦਾ ਸੀ।
ਉਹ ਮੇਰੇ ਨਾਲ ਗੂੜਾ ਰਿਸ਼ਤਾ ਰੱਖਣਾ ਚਾਹੁੰਦਾ ਸੀ ਤਾਂ ਜੋ ਉਹ ਆਪਣਾ ਮਕਸਦ ਪੂਰਾ ਕਰ ਸਕੇ। ਜਿਸ ਦਿਨ ਉਸਨੇ ਦੇਖਿਆ ਕਿ ਨਾ ਤਾਂ ਵਿਕਰਮ ਮੌਜੂਦ ਸੀ ਅਤੇ ਨਾ ਹੀ ਉਹ ਖਾਸ ਨੌਕਰਾਣੀ ਘਰ ਵਿੱਚ ਮੌਜੂਦ ਸੀ, ਇਸ ਲਈ ਉਸ ਦਿਨ ਉਸਨੇ ਮੌਕਾ ਦੇਖਿਆ ਅਤੇ ਇਸ ਦਾ ਪੂਰਾ ਫਾਇਦਾ ਉਠਾਇਆ ਅਤੇ ਉਸਨੇ ਜਾਣਬੁੱਝ ਕੇ ਮੈਨੂੰ ਅਜਿਹਾ ਗੱਲ ਕਹੀ ਤਾਂ ਜੋ ਮੈਂ ਉਸਨੂੰ ਇੱਕ ਮੌਕਾ ਦੇਵਾਂ। ਮੈਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਅਤੇ ਵਿਕਰਮ ਦੇ ਬਾਰ-ਬਾਰ ਕੋਸ਼ਿਸ਼ਾਂ ਅਤੇ ਇਨਕਾਰ ਕਰਨ ਦੇ ਬਾਵਜੂਦ ਮੈਂ ਇੱਕ ਅਣਜਾਣ ਆਦਮੀ ਤੇ ਭਰੋਸਾ ਕੀਤਾ। ਸੁਮਿਤ ਨੇ ਕਿਹਾ ਕਿ ਮੈਂ ਤੁਹਾਡੀ ਤਸਵੀਰ ਬਹੁਤ ਪਹਿਲਾਂ ਦੇਖੀ ਸੀ ਅਤੇ ਫਿਰ ਇੱਕ ਦਿਨ ਅਚਾਨਕ ਕੁਝ ਅਜਿਹਾ ਹੋਇਆ। ਇੱਕ ਦਿਨ ਮੇਰੀ ਤਬੀਅਤ ਬਹੁਤ ਖਰਾਬ ਸੀ ਅਤੇ ਮੈਂ ਆਪਣੇ ਕਾਰੋਬਾਰ ਲਈ ਕਿਤੇ ਜਾ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਬੇਹੋਸ਼ ਹੋ ਗਈ। ਜਦੋਂ ਮੇਰੇ ਪੁਰਾਣੇ ਡਰਾਈਵਰ ਰਾਜੇਸ਼ ਨੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਮੈਂ ਕਾਰ ਵਿੱਚ ਬੇਹੋਸ਼ ਹੋ ਗਈ ਹਾਂ ਤਾਂ ਉਹ ਮੈਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਿਆ ਅਤੇ ਜਿਵੇਂ ਹੀ ਉਸਨੇ ਮੈਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਬੈੱਡ ਤੇ ਲਟਾਇਆ ਤਾਂ ਮੇਰੇ ਚਿਹਰੇ ਤੋਂ ਮਾਸਕ ਹਟ ਗਿਆ ਅਤੇ ਉਸਨੇ ਮੇਰਾ ਚਿਹਰਾ ਦੇਖ ਲਿਆ। ਰਾਜੇਸ਼ ਸੁਮਿਤ ਦਾ ਦੋਸਤ ਸੀ। ਉਸਨੇ ਤੁਰੰਤ ਸੁਮਿਤ ਨੂੰ ਮੇਰੇ ਬਾਰੇ ਦੱਸ ਦਿੱਤਾ ਸੀ। ਸੁਮਿਤ ਨੇ ਮੇਰੀ ਤਸਵੀਰ ਆਪਣੇ ਦੋਸਤ ਨੂੰ ਪਹਿਲਾਂ ਹੀ ਦਿਖਾ ਦਿੱਤੀ ਸੀ ਕਿ ਮੈਂ ਇਸ ਕੁੜੀ ਨੂੰ ਲੱਭ ਰਿਹਾ ਹਾਂ। ਬਸ ਉਸ ਦਿਨ ਹੀ ਮੇਰੇ ਜੀਵਨ ਵਿੱਚ ਗ੍ਰਹਿਣ ਲੱਗ ਗਿਆ ਸੀ। ਜਦੋਂ ਸੁਮਿਤ ਨੂੰ ਪਤਾ ਲੱਗਾ ਕਿ ਮੈਂ ਕਿੱਥੇ ਰਹਿੰਦੀ ਹਾਂ, ਉਹ ਮੇਰੇ ਤੱਕ ਕਿਵੇਂ ਪਹੁੰਚ ਸਕਦਾ ਸੀ। ਇਸ ਲਈ ਉਸਨੇ ਜਾਣਬੁੱਝ ਕੇ ਇੱਕ ਯੋਜਨਾ ਤਿਆਰ ਕੀਤੀ ਅਤੇ ਆਪਣੇ ਦੋਸਤ ਨੂੰ ਨੌਕਰੀ ਤੋਂ ਕੱਢ ਕੇ ਉਸ ਦੀ ਜਗ੍ਹਾ ਆਪ ਆ ਗਿਆ। ਜਿਸ ਡਰਾਈਵਰ ਨੇ ਸੁਮਿਤ ਦੀ ਮੇਰੇ ਪਤੀ ਵਿਕਰਮ ਨਾਲ ਜਾਣ ਪਛਾਣ ਕਰਵਾਈ ਉਹ ਰਾਜੇਸ਼ ਸੀ। ਉਹੀ ਡਰਾਈਵਰ ਜੋ ਸਾਡੇ ਕੋਲੋਂ ਨੌਕਰੀ ਛੱਡ ਕੇ ਗਿਆ ਸੀ ਸੁਮਿਤ ਦਾ ਕਰੀਬੀ ਦੋਸਤ ਸੀ ਅਤੇ ਉਸਨੇ ਇਹ ਸਭ ਸੁਮਿਤ ਦੀ ਸਲਾਹ ਤੇ ਕੀਤਾ ਸੀ। ਸੁਮਿਤ ਸਾਡੇ ਪਰਿਵਾਰ ਦਾ ਹਿੱਸਾ ਬਣ ਗਿਆ ਸੀ। ਸਗੋਂ ਹੌਲੀ-ਹੌਲੀ ਉਸਨੇ ਸਾਡੇ ਬਾਰੇ ਸਾਰਾ ਕੁਝ ਪਤਾ ਕਰ ਲਿਆ ਅਤੇ ਸਹੀ ਮੌਕਾ ਦੇਖ ਕੇ ਉਸਨੇ ਮੇਰੇ ਕੋਲੋਂ ਮੌਕਾ ਮੰਗਿਆ। ਮੈਂ ਉਸ ਸਮੇਂ ਘਬਰਾ ਗਈ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਤੋਂ ਅਚਾਨਕ ਮੌਕਾ ਕਿਉਂ ਮੰਗ ਰਿਹਾ ਹੈ। ਪਹਿਲਾਂ ਤਾਂ ਮੈਨੂੰ ਬਹੁਤ ਡਰ ਲੱਗਿਆ ਕਿਉਂਕਿ ਸਾਡਾ ਇਹ ਬਹੁਤ ਵੱਡਾ ਕਾਰੋਬਾਰ ਸੀ। ਵਿਕਰਮ ਕੋਲ ਬਹੁਤ ਸਾਰਾ ਪੈਸਾ ਸੀ ਅਤੇ ਮੇਰੀ ਇੱਕ ਗਲਤ ਵੀ ਸਭ ਕੁਝ ਬਰਬਾਦ ਕਰ ਸਕਦੀ ਸੀ। ਪਰ ਜਿਵੇਂ ਹੀ ਮੈਨੂੰ ਵਿਕਰਮ ਦੀ ਬੇਰੁਖੀ ਦਾ ਅਹਿਸਾਸ ਹੋਇਆ ਤਾਂ ਮੈਂ ਅਗਲੇ ਹੀ ਪਲ ਫੈਸਲਾ ਕਰ ਲਿਆ ਸੀ ਕਿ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੀ ਅਤੇ ਸ਼ਾਇਦ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ। ਵਿਕਰਮ ਅਤੇ ਮੇਰੇ ਵਿਆਹ ਨੂੰ 3 ਸਾਲ ਹੋਣ ਵਾਲੇ ਸਨ ਪਰ ਨਾ ਤਾਂ ਸਾਡੇ ਬੱਚੇ ਸਨ ਅਤੇ ਨਾ ਹੀ ਵਿਕਰਮ ਨੂੰ ਬੱਚੇ ਪੈਦਾ ਕਰਨ ਦੀ ਕੋਈ ਇੱਛਾ ਸੀ। ਮੈਂ ਮਾਂ ਬਣ ਸਕਦੀ ਸੀ ਪਰ ਵਿਕਰਮ ਨੇ ਮੈਨੂੰ ਕਦੇ ਮਾਂ ਨਹੀਂ ਬਣਨ ਦਿੱਤੀ। ਜੇਕਰ ਮੈਂ ਕਦੇ ਗਰਭਵਤੀ ਹੋ ਜਾਂਦੀ ਤਾਂ ਵੀ ਵਿਕਰਮ ਮੇਰੇ ਬੱਚੇ ਦਾ ਗਰਭਪਾਤ ਕਰਵਾ ਦਿੰਦਾ ਸੀ। ਇਸ ਗੱਲ ਨੇ ਮੈਨੂੰ ਪਹਿਲੀ ਹੀ ਪਰੇਸ਼ਾਨ ਕਰ ਰੱਖਿਆ ਸੀ। ਵਿਕਰਮ ਜਵਾਨ ਅਤੇ ਸੁੰਦਰ ਅਤੇ ਅਮੀਰ ਸੀ। ਕੁੜੀਆਂ ਤਿਤਲੀਆਂ ਵਾਂਗ ਉਸ ਦਾ ਪਿੱਛਾ ਕਰਦੀਆਂ ਸਨ ਅਤੇ ਵਿਕਰਮ ਵੀ ਬਹੁਤ ਬੁਰੇ ਕਰੈਕਟਰ ਦਾ ਬੰਦਾ ਸੀ। ਉਹ ਜਿੱਥੇ ਵੀ ਜਾਂਦਾ ਪਾਰਟੀ ਕਲੱਬ ਅਤੇ ਨਾਚ ਗਾਣੇ ਵਿੱਚ ਜ਼ਰੂਰ ਜਾਂਦਾ ਸੀ। ਉਹ ਆਪਣੇ ਕਾਰੋਬਾਰ ਦੇ ਨਾਲ-ਨਾਲ ਆਪਣੀ ਜ਼ਿੰਦਗੀ ਵਿੱਚ ਅਯਾਸ਼ੀਆਂ ਵੀ ਕਰ ਰਿਹਾ ਸੀ ਅਤੇ ਮੈਂ ਇੱਕ ਬੋਰਿੰਗ ਜ਼ਿੰਦਗੀ ਜੀ ਰਹੀ ਸੀ। ਮੈਂ ਸਿਰਫ ਉਸ ਦਾ ਕਾਰੋਬਾਰ ਦੇਖ ਰਹੀ ਸੀ। ਮੈਂ ਬੱਚਾ ਪੈਦਾ ਕਰਨਾ ਚਾਹੁੰਦੀ ਸੀ ਪਰ ਵਿਕਰਮ ਨੇ ਮੇਰੀ ਇਹ ਇੱਛਾ ਵੀ ਪੂਰੀ ਨਹੀਂ ਹੋਣ ਦਿੱਤੀ ਸੀ ਅਤੇ ਮੈਂ ਵਿਕਰਮ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਣਾ ਚਾਹੁੰਦੀ ਸੀ ਅਤੇ ਇਸ ਲਈ ਮੈਂ ਸਮਿਤ ਤੇ ਭਰੋਸਾ ਕੀਤਾ। ਵਿਕਰਮ ਅਫੀਮ ਦੀ ਤਸਕਰੀ ਦਾ ਧੰਦਾ ਕਰਦਾ ਸੀ ਅਤੇ ਮੈਂ ਵੀ ਉਸ ਦੇ ਧੰਦੇ ਵਿੱਚ ਬਰਾਬਰ ਦੀ ਹਿੱਸੇਦਾਰ ਸੀ। ਉਸ ਦਿਨ ਜਦੋਂ ਸਮਿਤ ਨੇ ਮੇਰੇ ਤੋਂ ਮੌਕਾ ਮੰਗਿਆ ਤਾਂ ਉਸਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਉਹ ਮੇਰੀਆਂ ਉਮੀਦਾਂ ਤੇ ਖਰਾ ਉਤਰੇਗਾ ਅਤੇ ਇਸੇ ਲਈ ਮੈਂ ਉਸ ਤੇ ਭਰੋਸਾ ਕੀਤਾ ਅਤੇ ਉਸ ਨੂੰ ਨੌਕਰੀ ਦਿੱਤੀ ਅਤੇ ਬਾਕੀ ਉਸ ਨੇ ਇੱਕ ਰਾਤ ਵਿੱਚ ਇੰਨੀ ਫੀਮ ਦੀ ਤਸਕਰੀ ਕੀਤੀ ਸੀ ਕਿ ਇੰਨੇ ਤਾਂ ਮੇਰੇ 7 ਮਰਦ ਵੀ ਇਕੱਠੇ ਨਹੀਂ ਕਰ ਸਕਦੇ। ਮੈਂ ਹੈਰਾਨ ਰਹਿ ਗਈ ਸੀ ਕਿ ਸਮਿਤ ਨੇ ਇੰਨੀ ਜ਼ਿਆਦਾ ਤਸਕਰੀ ਕਿਵੇਂ ਕਰ ਲਈ ਸੀ ਕਿਉਂਕਿ ਦੁਬਈ ਪੁਲਿਸ ਨੂੰ ਚਕਮਾ ਦੇ ਕੇ ਇਹ ਕੰਮ ਲੁਕ ਛਿਪ ਕੇ ਕਰਨਾ ਬਹੁਤ ਔਖਾ ਸੀ। ਅਸਲ ਵਿੱਚ ਇਹ ਅਸੰਭਵ ਸੀ। ਮੇਰੇ ਆਦਮੀ ਬਹੁਤ ਪੁਰਾਣੇ ਖਿਡਾਰੀ ਸਨ ਇਸ ਲਈ ਉਹ ਇਹ ਕੰਮ ਕਰਦੇ ਸਨ ਪਰ ਸਮਿਤ ਇਕੱਲਾ ਹੀ ਖੇਡ ਗਿਆ ਸੀ। ਪਰ ਮੈਨੂੰ ਕੀ ਪਤਾ ਸੀ ਕਿ ਇੱਕ ਸਧਾਰਨ ਡਰਾਈਵਰ ਦਿਖਾਈ ਦੇਣ ਵਾਲਾ ਆਦਮੀ ਕਿੰਨਾ ਤਾਕਤਵਰ ਹੈ। ਅਗਲੀ ਰਾਤ ਜਦੋਂ ਉਹ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਇਕੱਲਾ ਨਹੀਂ ਸੀ ਸਗੋਂ ਉਸ ਦੇ ਨਾਲ ਕੁਝ ਹੋਰ ਪੁਲਿਸ ਵਾਲੇ ਵੀ ਮੌਜੂਦ ਸਨ ਅਤੇ ਨਾ ਸਿਰਫ ਮੇਰੇ ਘਰ ਨੂੰ ਸੀਲ ਕਰ ਦਿੱਤਾ ਗਿਆ ਸਗੋਂ ਮੈਨੂੰ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ। ਉਦੋਂ ਤੱਕ ਵਿਕਰਮ ਵੀ ਏਅਰਪੋਰਟ ਪਹੁੰਚ ਗਿਆ ਸੀ ਅਤੇ ਉਸ ਨੂੰ ਵੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸੀਂ ਦੋਵੇਂ ਪਤੀ ਪਤਨੀ ਪਹਿਲੀ ਵਾਰ ਪੁਲਿਸ ਦੀ ਗਿਰਫਤ ਵਿੱਚ ਆਏ ਸੀ। ਦਰਅਸਲ ਮੇਰੇ ਪਤੀ ਨੇ ਮੈਨੂੰ ਹੀ ਸਾਰਾ ਕਾਰੋਬਾਰ ਸੰਭਾਲਿਆ ਸੀ ਅਤੇ ਮੈਂ ਹਮੇਸ਼ਾ ਆਪਣਾ ਮੂੰਹ ਮਾਸਕ ਦੇ ਨਾਲ ਢੱਕ ਕੇ ਰੱਖਦੀ ਸੀ। ਇਸ ਲਈ ਮੈਂ ਕਦੇ ਵੀ ਕਿਸੇ ਨੂੰ ਆਪਣਾ ਮੂੰਹ ਨਹੀਂ ਦਿਖਾਇਆ ਸੀ। ਇਸੇ ਕਰਕੇ ਪੁਲਿਸ ਮੇਰੇ ਤੱਕ ਨਹੀਂ ਪਹੁੰਚ ਸਕੀ
ਪਰ ਸੁਮਿਤ ਨੇ ਬੜੀ ਹੁਸ਼ਿਆਰੀ ਨਾਲ ਨਾ ਸਿਰਫ ਮੈਨੂੰ ਪਛਾਣ ਕੇ ਫੜ ਲਿਆ ਸੀ, ਸਗੋਂ ਉਸਨੇ ਇੱਕ ਰਾਤ ਵਿੱਚ ਮੇਰੇ ਸਾਰੇ ਕਾਰੋਬਾਰ ਬਾਰੇ ਵੀ ਪਤਾ ਲਗਾ ਲਿਆ ਸੀ। ਉਹ ਮੇਰੀ ਸੋਚ ਨਾਲੋਂ ਵੀ ਬਹੁਤ ਤੇਜ਼ ਨਿਕਲਿਆ ਸੀ। ਜਿਵੇਂ ਹੀ ਵਿਕਰਮ ਨੂੰ ਪਤਾ ਲੱਗਾ ਕਿ ਇਹ ਸਭ ਮੇਰੇ ਕਾਰਨ ਹੋਇਆ ਹੈ ਅਤੇ ਮੇਰੀ ਗਲਤੀ ਕਰਕੇ ਅਸੀਂ ਫੜੇ ਗਏ ਹਾਂ, ਵਿਕਰਮ ਮੈਨੂੰ ਮਾਰਨ ਲਈ ਮੇਰੇ ਨੇੜੇ ਆ ਗਿਆ। ਪਰ ਜੇ ਕੁੜੀਆਂ ਨੇ ਉਸ ਨੂੰ ਨਾ ਰੋਕਿਆ ਹੁੰਦਾ ਤਾਂ ਸ਼ਾਇਦ ਉਹ ਮੇਰਾ ਗਲਾ ਘੁੱਟ ਦਿੰਦਾ। ਮੈਂ ਲਗਾਤਾਰ ਰੋ ਰਹੀ ਸੀ ਕਿਉਂਕਿ ਦੁਬਈ ਦੇ ਕਾਨੂੰਨ ਬਹੁਤ ਸਖਤ ਸਨ। ਮੈਂ ਜਾਣਦੀ ਸੀ ਕਿ ਮੈਨੂੰ ਇਸ ਜੁਰਮ ਦੀ ਕੀ ਸਜ਼ਾ ਮਿਲਣ ਵਾਲੀ ਹੈ। ਮੇਰਾ ਪਤੀ ਇੱਕ ਮਕਾਰ ਵਿਅਕਤੀ ਨਿਕਲਿਆ। ਉਸਨੇ ਸਾਰਾ ਕਾਰੋਬਾਰ ਵੀ ਮੇਰੇ ਨਾਮ ਤੇ ਕੀਤਾ ਹੋਇਆ ਸੀ। ਉਸਨੇ ਨਾ ਤਾਂ ਮੈਨੂੰ ਵਿਆਹੁਤਾ ਜੀਵਨ ਦੀ ਕੋਈ ਖੁਸ਼ੀ ਦਿੱਤੀ ਅਤੇ ਨਾ ਹੀ ਮਾਂ ਬਣਨ ਦੀ ਖੁਸ਼ੀ ਦਿੱਤੀ। ਮੇਰੀ ਜ਼ਿੰਦਗੀ ਵਿੱਚ ਸਭ ਕੁਝ ਉਸੇ ਤਰ੍ਹਾਂ ਹੁੰਦਾ ਸੀ ਜਿਵੇਂ ਵਿਕਰਮ ਚਾਹੁੰਦਾ ਸੀ। ਜਦੋਂ ਕਿ ਮੈਂ ਉਸ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਮੈਂ ਅੰਤ ਤੱਕ ਇਸ ਵਿਆਹ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਵਿਕਰਮ ਅਯਾਸ਼ੀਆਂ ਦਾ ਇੰਨਾ ਆਦੀ ਸੀ ਕਿ ਉਹ ਹਰ ਰੋਜ਼ ਕਿਸੇ ਨਾ ਕਿਸੇ ਖੂਬਸੂਰਤ ਕੁੜੀ ਨੂੰ ਆਪਣਾ ਸੈਕਟਰੀ ਬਣਾ ਕੇ ਰੱਖਦਾ ਸੀ, ਉਸ ਨਾਲ ਇੰਡੀਆ ਜਾਂਦਾ ਸੀ। ਜੇਕਰ ਵਿਕਰਮ ਮੇਰੇ ਨਾਲ ਇਸ ਤਰ੍ਹਾਂ ਦਾ ਰਵੱਈਆ ਨਾ ਕਰਦਾ ਤਾਂ ਸ਼ਾਇਦ ਮੈਂ ਸੁਮਿਤ ਤੇ ਕਦੇ ਵਿਸ਼ਵਾਸ ਨਾ ਕਰਦੀ, ਪਰ ਵਿਕਰਮ ਨੂੰ ਇਸ ਬਾਰੇ ਸਾਰਿਆਂ ਤੋਂ ਪਹਿਲਾਂ ਦੱਸਦੀ। ਪੁਲਿਸ ਨੇ ਹਰ ਉਸ ਥਾਂ ਦਾ ਪਤਾ ਲਗਾ ਲਿਆ ਸੀ ਜਿੱਥੇ ਸਾਡੇ ਪਾਸੋਂ ਤਸਕਰੀ ਦੀ ਸਪਲਾਈ ਹੁੰਦੀ ਸੀ। ਬਹੁਤ ਸਾਰੇ ਲੋਕ ਫੜੇ ਗਏ ਸਨ। ਇੱਕ ਬਹੁਤ ਲੰਬੀ ਵਪਾਰਕ ਪ੍ਰਕਿਰਿਆ ਸੀ ਜੋ ਮੇਰੀ ਇੱਕ ਗਲਤੀ ਕਾਰਨ ਖਤਮ ਹੋ ਗਈ ਸੀ। ਮੈਂ ਪੁਲਿਸ ਨੂੰ ਆਪਣਾ ਸਾਰਾ ਰਿਕਾਰਡ ਇਮਾਨਦਾਰੀ ਨਾਲ ਦੱਸ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਇੱਥੋਂ ਭੱਜਣਾ ਅਸੰਭਵ ਸੀ। ਭਾਵੇਂ ਅਸੀਂ ਕਿਸੇ ਤਰ੍ਹਾਂ ਬਾਹਰ ਨਿਕਲ ਵੀ ਜਾਂਦੇ, ਪਰ ਫਿਰ ਵਿਕਰਮ ਮੈਨੂੰ ਖੁਦ ਆਪਣੇ ਹੱਥਾਂ ਨਾਲ ਮਾਰ ਦਿੰਦਾ ਕਿਉਂਕਿ ਮੈਂ ਉਸ ਦਾ ਬਣਾਇਆ ਕਾਰੋਬਾਰ ਤਬਾਹ ਕਰ ਦਿੱਤਾ ਸੀ। ਅੱਜ ਮੈਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੀ ਆਪਣੀ ਸਜ਼ਾ ਦੀ ਉਡੀਕ ਕਰ ਰਹੀ ਹਾਂ। ਮੈਨੂੰ ਮੇਰੇ ਪਾਪਾਂ ਦੀ ਬਹੁਤ ਸਖਤ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਅਸੀਂ ਛੋਟੇ-ਛੋਟੇ ਮੁੰਡੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਸੁਮਿਤ ਬੇਸ਼ੱਕ ਸਾਡੇ ਘਰ ਡਰਾਈਵਰ ਵਜੋਂ ਆਇਆ ਸੀ, ਪਰ ਉਹ ਅਰਬ ਪੁਲਿਸ ਵਾਲਾ ਸੀ ਅਤੇ ਉਸਨੇ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ ਸੀ। ਕਦੇ-ਕਦੇ ਉਹ ਮੈਨੂੰ ਮਿਲਣ ਲਈ ਜੇਲ੍ਹ ਦੇ ਅੰਦਰ ਆਉਂਦਾ, ਪਰ ਮੈਂ ਉਸ ਨੂੰ ਦੇਖ ਕੇ ਹਮੇਸ਼ਾ ਮੂੰਹ ਮੋੜ ਲੈਂਦੀ। ਮੈਂ ਉਸ ਨੂੰ ਇੱਕ ਮੌਕਾ ਦਿੱਤਾ ਅਤੇ ਉਸ ਇੱਕ ਮੌਕੇ ਨੇ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ। ਮੈਂ ਵੱਡੇ ਬੰਗਲੇ ਤੋਂ ਉੱਠ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ ਗਈ ਸੀ। ਸੁਮਿਤ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਮੈਂ ਜਿਸ ਰਾਹ ਤੇ ਚੱਲ ਰਹੀ ਸੀ ਉਹ ਬਿਲਕੁਲ ਗਲਤ ਸੀ। ਲੜਕੇ ਲੜਕੀਆਂ ਨਸ਼ੇ ਕਾਰਨ ਆਪਣੀ ਜਾਨ ਗਵਾ ਰਹੇ ਸਨ ਅਤੇ ਇਹ ਸਭ ਮੇਰੇ ਨਾਂ ਤੇ ਹੋ ਰਿਹਾ ਸੀ। ਸੁਮਿਤ ਸਹੀ ਕਹਿ ਰਿਹਾ ਸੀ ਕਿ ਵਿਕਰਮ ਦੇ ਪਿਆਰ ਵਿੱਚ ਮੈਂ ਸਹੀ ਗਲਤ ਨੂੰ ਭੁੱਲ ਗਈ ਸੀ ਅਤੇ ਆਖਰਕਾਰ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਮੈਂ ਆਪਣੀ ਸਜ਼ਾ ਦੀ ਉਡੀਕ ਕਰ ਰਹੀ ਹਾਂ ਅਤੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੈਠੀ ਹਾਂ। ਹੁਣ ਤੁਸੀਂ ਸਾਰੇ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਪ੍ਰਮਾਤਮਾ ਮੇਰੇ ਗੁਨਾਹ ਮਾਫ਼ ਕਰੇ ਅਤੇ ਮੈਨੂੰ ਅੰਦਰੋਂ ਸ਼ਾਂਤੀ ਬਖਸ਼ੇ। ਹੁਣ ਇਸ ਕੋਠੜੀ ਵਿੱਚ ਇੱਕ ਦਿਨ ਵੀ ਬਿਤਾਉਣਾ ਮੇਰੇ ਲਈ ਕਿਸੇ ਆਫਤ ਤੋਂ ਘੱਟ ਨਹੀਂ ਹੈ। ਸੋ ਦੋਸਤੋ, ਅੱਜ ਸਾਡੀ ਇਹ ਕਹਾਣੀ ਸੀ। ਤੁਹਾਨੂੰ ਇਹ ਕਿੱਦਾਂ ਲੱਗੀ ਦੱਸੋ। ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਰੋਜ਼ ਨਵੀਂ ਕਹਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।